ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਥੋੜ੍ਹੀ ਰੁਕਾਵਟ ਆ ਗਈ ਸੀ। ਆਓ ਸ਼ੁਰੂ ਕਰਦੇ ਹਾਂ। ਆਪਾਂ ਵਿਚਾਰ ਰਹੇ ਸੀ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਕਿ ਜੀਵ ਕਿਵੇਂ ਆਪਣਾ ਜੀਵਨ ਬਿਤਾ ਲੈਂਦਾ ਹੈ। ਸੋਚਾਂ ਦੇ ਵਿੱਚ, ਵਿਚਾਰਾਂ ਦੇ ਵਿੱਚ ਜੀਵਨ ਰੂਪੀ ਰਾਤ ਨੂੰ ਬਿਤਾ ਲੈਂਦਾ ਹੈ। ਕਦੇ ਵੀ ਪ੍ਰਭੂ ਦਾ ਸਿਮਰਨ ਨਹੀਂ ਕਰਦਾ। ਸੋਚਤ ਸਾਚਤ ਰਹਿਣ ਬਿਹਾਨੀ, ਅਨੇਕ ਰੰਗ ਮਾਇਆ ਕੈ ਚਿਤ ਵਿਤ, ਕਬੂ ਨਾ ਸਿਮਰੈ ਸਰੰਗ ਪਾਨੀ। ਇਹ ਆਪਾਂ ਰਹੋ ਪੰਕਤੀਆਂ ਵਿਚਾਰੀਆਂ ਸੀ ਜੋ ਪਹਿਲਾਂ ਵਿਚਾਰਦੇ ਸੀ। ਅਨ ਦਿਨ ਮੂਸਾ ਲਾਜ ਟੁਕਾਈ, ਗਿਰਤ ਕੂਪ ਮਹਿ ਖਾਏ ਮਿਠਾਈ। ਕਿ ਜੀਵ ਇਸ ਸਵਾਦਾਂ ਦੇ ਵਿੱਚ, ਇਸ ਮਾਇਆ ਨੂੰ ਮਿੱਠੀ ਕਰਕੇ ਇਸ ਦੇ ਵਿੱਚ ਧਿਆਨ ਲਾ ਰੱਖਦਾ ਹੈ, ਇਸ ਦੇ ਬਾਰੇ ਸੋਚਦਾ ਰਹਿੰਦਾ ਹੈ, ਇਸ ਨੂੰ ਮਿੱਠੀ ਲੱਗਦੀ ਹੈ। ਅਤੇ ਉੱਧਰ ਸਵਾਸਾਂ ਰੂਪੀ ਜਿਹੜੀ ਸਾਡੀ ਲੱਜ ਹੈ ਜੋ ਉਹ ਟੁੱਟ ਜਾਂਦੀ ਹੈ, ਚੂਹਾ ਖਾ ਜਾਂਦਾ ਹੈ, ਕੁਤਰ ਦਿੰਦਾ ਹੈ, ਅਤੇ ਅਸੀਂ ਅੰਧਕੂਪ ਦੇ ਵਿੱਚ 84 ਲੱਖ ਜੂਨਾਂ ਦੇ ਵਿੱਚ ਪੈ ਜਾਂਦੇ ਹਾਂ। ਕਿਉਂਕਿ ਮਾਇਆ ਦੇ ਵਿੱਚ ਇੰਨਾ ਮਸਤ ਰਹਿੰਦਾ ਹੈ ਕਿ ਇਸ ਨੂੰ ਭੁੱਲ ਜਾਂਦਾ ਹੈ ਕਿ ਮੇਰੇ ਸਵਾਸ ਘਟ ਰਹੇ ਨੇ, ਇੱਕ ਦਿਨ ਮੁੱਕ ਜਾਣੇ ਨੇ। ਅਤੇ ਇੱਦਾਂ ਹੀ ਜੋ ਬੱਦਲ ਦੀ ਛਾਂ ਦੀ ਤਰ੍ਹਾਂ ਸੰਸਾਰ ਹੈ, ਇਹ ਜਗਤ ਹੈ, ਇੱਥੇ ਇੱਦਾਂ ਘਰ ਬਣਾ ਲੈਂਦਾ ਹੈ ਕਿ ਮੈਂ ਸਦਾ ਇੱਥੇ ਹੀ ਰਹਿਣਾ ਹੈ। ਧਰਮ ਕੀ ਛਾਇਆ ਨਿਹਚਲ ਗ੍ਰਹਿ ਬਾਂਧਿਆ, ਕਾਲ ਕੈ ਫਾਂਸ ਸਖਤ ਸਰ ਸਾਂਧਿਆ। ਕਾਲ ਦੇ ਸ਼ਕਤੀ ਜਿਹੜੀ ਇੱਥੇ ਦਾ ਹੰਕਾਰ ਇਹਦੇ ਵਿੱਚ ਬੰਧਿਆ ਜਾਂਦਾ ਹੈ, ਲੇਕਿਨ ਇਸ ਨੂੰ ਇਹ ਨਹੀਂ ਪਤਾ ਕਿ ਇਹ ਕਾਲ ਦਾ ਜਲ ਹੈ। ਧਨ ਦੌਲਤ ਰਾਜ ਭਾਗ ਜੋ ਵੀ ਹੈ ਸੰਸਾਰ ਦਾ, ਇਹ ਮਨ ਦੇ ਵਾਸਤੇ ਕਾਲ ਨੇ ਬੰਧਨ ਪਾਏ ਨੇ। ਕਾਲ ਇਹਨਾਂ ਦੇ ਵਿੱਚ ਮਨ ਨੂੰ ਜਕੜ ਲੈਂਦਾ ਹੈ, ਬੰਧ ਲੈਂਦਾ ਹੈ। ਬਾਲੂ ਕਿਨਾਰਾ ਤਰੰਗ ਮੁਖ ਆਇਆ। ਅਤੇ ਜੀਵਨ ਸਾਡਾ ਜਿਹੜਾ ਹੈ ਇਹ ਕਿਹੋ ਜਿਹਾ ਹੈ, ਜਿਵੇਂ ਰੇਤ ਦੇ ਕਿਨਾਰੇ ਹੋਣ, ਕੰਢੇ ਹੋਣ। ਜਦੋਂ ਪਾਣੀ ਉੱਧਰ ਨੂੰ ਆਉਂਦਾ ਹੈ ਅਤੇ ਰੇਤ ਦੇ ਕੰਢੇ ਜਿਹੜੇ ਉਹ ਹਟ ਜਾਂਦੇ ਨੇ, ਬੰਨ ਟੁੱਟ ਜਾਂਦਾ ਹੈ। ਇੱਦਾਂ ਹੀ ਲਹਿਰਾਂ ਦੇ ਵਿੱਚ ਜਿਹੜੀਆਂ ਇਹ ਤ੍ਰਿਸ਼ਨਾ ਰੂਪੀ ਲਹਿਰਾਂ ਨੇ, ਜੋ ਇਹ ਕਾਲ ਦਾ ਸਮੇਂ ਦਾ ਜੋ ਚੱਕਰ ਹੈ, ਇਸ ਦੇ ਵਿੱਚ ਕਿਉਂਕਿ ਸਮਾਂ ਬੀਤਦਾ ਜਾਂਦਾ ਹੈ, ਉਮਰ ਘਟਦੀ ਜਾਂਦੀ ਹੈ, ਸਵਾਸਾਂ ਦੀ ਰੂਪੀ ਪੂੰਜੀ ਘਟਦੀ ਜਾਂਦੀ ਹੈ ਅਤੇ ਇੱਕ ਦਿਨ ਖਤਮ ਹੋ ਜਾਂਦੀ ਹੈ। ਇਸ ਕਰਕੇ ਜੇ ਤਾਂ ਪੱਕੇ ਕੰਢੇ ਨੇ ਉਹ ਹਟਦੇ ਨਹੀਂ, ਅਤੇ ਇਹ ਰੇਤੇ ਦੇ ਕੰਢੇ ਦੀ ਤਰ੍ਹਾਂ ਹੈ ਅਤੇ ਇੱਕ ਦਿਨ ਨਾਸ ਹੋ ਜਾਣਾ ਹੈ ਜੀਵਨ ਨੇ। ਸੋ ਥਾਨ ਮੂੜ ਨਿਹਚਲ ਕਰ ਪਾਇਆ। ਕਹਿੰਦੇ ਮੂਰਖ ਨੇ ਇਸ ਸਥਾਨ ਨੂੰ, ਜਿਹੜਾ ਇਹ ਸੰਸਾਰ ਹੈ, ਇਹ ਆਪਣਾ ਸਰੀਰ ਹੈ, ਇਸ ਨੂੰ ਨਿਹਚਲ ਕਰਕੇ ਮੰਨ ਲਿਆ ਹੈ ਕਿ ਇਸ ਨੇ ਸਦਾ ਰਹਿਣਾ ਹੈ। ਪਰ ਇਸ ਦੀ ਬੁਨਿਆਦ ਕਿੰਨੀ ਕੁ ਹੈ। ਜੇ ਪਾਣੀ ਆ ਜਾਵੇ, ਰੇਤ ਦੇ ਕੰਢਿਆਂ ਦੀ ਤਰ੍ਹਾਂ ਹੈ ਕਿ ਜਦੋਂ ਲਹਿਰਾਂ ਆਉਂਦੀਆਂ ਨੇ ਅਤੇ ਉਸ ਨੂੰ ਹੜਾ ਦਿੰਦੀਆਂ ਨੇ, ਤੋੜ ਦਿੰਦੀਆਂ ਨੇ। ਇੱਦਾਂ ਦਾ ਸਾਡਾ ਜੀਵਨ ਹੈ, ਪਰ ਅਸੀਂ ਇਸ ਨੂੰ ਸੱਚ ਸਮਝੀ ਬੈਠੇ ਹਾਂ। ਸਾਧ ਸੰਗ ਜਪਿਓ ਹਰ ਰਾਏ, ਨਾਨਕ ਜੀਵੈ ਹਰ ਗੁਣ ਗਾਏ। ਅਤੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਪਰ ਜਿਹੜਾ ਸਾਡਾ ਜੀਵਨ ਹੈ, ਅਸੀਂ ਸਾਧੂ ਦਾ ਸੰਗ ਕਰਕੇ ਉਸ ਪ੍ਰਭੂ ਨੂੰ ਜਪਿਆ ਹੈ। ਕਿਉਂਕਿ ਗਿਆਨ ਕੌਣ ਦੇ ਸਕਦਾ ਹੈ? ਸਾਰਾ ਹੀ ਜਿਸ ਜੀਵ ਨੂੰ ਆਪਣੇ ਅਸਲੀ ਮਨੋਰਥ, ਅਸਲੀ ਕਾਰਜ ਦਾ ਭੇਤ ਆ ਜਾਵੇ।
ਕਿ ਅਸੀਂ ਆਏ ਹਾਂ, ਕਿਵੇਂ ਅਸੀਂ ਇਸ 84 ਲੱਖ ਜੂਨ ਤੋਂ ਬਚਣਾ ਹੈ, ਅੰਧਕੂਪ ਤੋਂ ਕਿਵੇਂ ਬਚਣਾ ਹੈ। ਉਹ ਹੈ ਫਿਰ ਸਾਧੂ ਜਨਾਂ ਦਾ ਸੰਗ ਕਰਕੇ ਹਰੀ ਦਾ ਗਿਆਨ ਲੈਣਾ, ਕਿਉਂਕਿ ਸਾਧੂ ਜਨ ਮੁੱਖ ਤੋਂ ਸਾਨੂੰ ਉਹ ਗਿਆਨ ਦਿੰਦੇ ਨੇ, ਹਰੀ ਦੇ ਗੁਣ ਗਾਉਂਦੇ ਨੇ। ਜਿਹੜੇ ਉਸ ਨੂੰ ਜਪਦੇ ਨੇ ਉਹ ਹੀ ਆਪਣੇ ਜੀਵਨ ਨੂੰ ਦਾ ਲਾਹਾ ਖੜ ਸਕਦੇ ਨੇ, ਆਪਣੇ ਸਵਾਸਾਂ ਰੂਪੀ ਧਨ ਨੂੰ ਦੇ ਵੱਟੇ ਨਾਮ ਰੂਪੀ ਧਨ ਇੱਥੇ ਇਕੱਤਰ ਕਰ ਲੈਂਦੇ ਨੇ, ਜਿਸ ਨੂੰ ਨਾ ਪਾਣੀ ਡੋਬ ਸਕਦਾ ਹੈ, ਨਾ ਕੋਈ ਇਸ ਨੂੰ ਠੱਗ ਸਕਦਾ ਹੈ, ਨਾ ਇਸ ਨੂੰ ਅਗਨ ਜਲਾ ਸਕਦੀ ਹੈ, ਅਤੇ ਨਾ ਇਸ ਨੂੰ ਪੌਣ ਉਡਾ ਸਕਦੀ ਹੈ, ਨਾ ਤਸਕਰ ਚੁਰਾ ਸਕਦਾ ਹੈ। ਉਹ ਅਸਲੀ ਜੀਵਨ ਦਾ ਮਨੋਰਥ ਹੈ ਸਾਧੂ ਦਾ ਸੰਗ ਕਰਕੇ ਹਰੀ ਨੂੰ ਜਪਣਾ, ਹਰੀ ਦੇ ਗੁਣ ਦਾ ਗਿਆਨ ਲੈਣਾ, ਕਿਉਂਕਿ ਉਹ ਗੁਣ ਹੀ ਤੋਂ ਬਾਅਦ ਹੀ ਭਗਤੀ ਸ਼ੁਰੂ ਹੁੰਦੀ ਹੈ। ਭਾਈ ਰੇ ਗੁਣ ਬਿਨ ਗੁਰ ਬਿਨ ਭਗਤ ਨਾ ਹੋਏ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਗੁਰ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਭਗਤੀ ਨਹੀਂ ਹੁੰਦੀ। ਭਾਈ ਰੇ ਗੁਣ ਬਿਨ ਭਗਤ ਨਾ ਹੋਏ। ਸੋ ਇਸ ਤਰੀਕੇ ਦੇ ਨਾਲ ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਸੋ ਆਓ ਅਗਲਾ ਸ਼ਬਦ ਆਸਾ ਮਹੱਲਾ ਪੰਜਵਾਂ, ਦੋ ਤੁਕੇ। 9 ਇਹ 9 ਸ਼ਬਦ ਨੇ ਜਿਹੜੇ ਦੋ ਤੁਕਿਆਂ ਦੇ ਵਿੱਚ ਨੇ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੇ 2 ਤੁਕੇ, ਜਿਵੇਂ ਆਪਾਂ ਵਿਚਾਰਦੇ ਆਉਂਦੇ ਹਾਂ, 2 ਤੁਕੇ, 3 ਤੁਕੇ, 4 ਤੁਕੇ, ਪਦਿਆਂ ਵਿੱਚ ਵੀ ਆ ਜਾਂਦਾ ਹੈ, 2 ਪਦੇ, 3 ਪਦੇ, 5 ਪਦੇ, ਇੱਦਾਂ ਹੈ। ਕੀ ਸਮਝਾਉਂਦੇ ਨੇ? ਰਹੋ ਪੰਕਤੀਆਂ ਨੇ, ਤੇ ਬੈਰਾਗੀ ਕਹਾ ਸਮਾਏ, ਤਿਸ ਬਿਨ ਤੂੰ ਹੀ ਦਿਓਹਰੀ ਰੀ, ਦੁਹੇਰੀ ਰੀ। ਤਨ ਨੂੰ ਕਹਿ ਰਹੇ ਇੱਥੇ, ਮਨ ਨੂੰ ਬੈਰਾਗੀ ਕਿਹਾ ਹੈ, ਤੇ ਤਨ ਨੂੰ ਸੰਬੋਧਨ ਕਰਕੇ ਕਿਹਾ ਹੈ ਕਿ ਮਨ ਤੋਂ ਬਿਨਾਂ ਇਹ ਜਿਹੜਾ ਸਾਡਾ ਸਰੀਰ ਹੈ ਇਹ ਦੁਖੀ ਹੈ, ਤੇ ਮਨ ਨਾਮ ਤੋਂ ਬਿਨਾਂ ਦੁਖੀ ਹੈ। ਇਸ ਕਰਕੇ ਜਦੋਂ ਜਿੰਨੀ ਦੇਰ ਸਰੀਰ ਦੇ ਵਿੱਚ ਸਾਡੀ ਜੋਤ ਹੈ, ਉਨੀ ਦੇਰ ਸਰੀਰ ਦੇ ਨਾਲ ਸਾਰੇ ਪਿਆਰ ਵੀ ਕਰਦੇ ਨੇ, ਪਰ ਜਦੋਂ ਇਸ ਦੇ ਵਿੱਚੋਂ ਜੋਤ ਨਿਕਲ ਜਾਂਦੀ ਹੈ, ਜਾਂ ਇਹ ਨਾਮ ਨੂੰ ਭੁੱਲ ਜਾਂਦਾ ਹੈ, ਆਪੇ ਦਾ ਗਿਆਨ ਭੁੱਲ ਜਾਂਦਾ ਹੈ, ਫਿਰ ਤਨ ਕਰਕੇ ਦੁਖੀ, ਤਨ ਦੁਖੀ ਹੈ, ਤਨ ਦੀ ਕੋਈ ਪੁੱਛ ਨਹੀਂ ਹੁੰਦੀ। ਇੱਥੇ ਫਿਰ ਸਾਡੇ ਸਰੀਰ ਨੂੰ ਸੰਬੋਧਨ ਹੈ ਕਿ ਉਸ ਜਿਹੜਾ ਮਨ ਹੈ, ਜੀਵ ਆਤਮਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਉਸ ਤੋਂ ਬਿਨਾਂ ਇਹ ਸਰੀਰ ਤੂੰ ਦੁਖੀ ਹੈ, ਦੁਹੇਰੀ ਹੈ, ਦੁਹੇਰੀ ਰੀ। ਤੇ ਸਮਝਾਉਂਦੇ ਨੇ ਸ਼ਬਦ ਦੇ ਵਿੱਚ ਕਿ ਜਿੰਨੀ ਦੇਰ ਸਰੀਰ ਦੇ ਵਿੱਚ ਮਨ ਦਾ ਵਾਸਾ ਹੈ, ਜੋਤ ਹੈ, ਜੀਵ ਆਤਮਾ ਹੈ, ਕਿਉਂਕਿ ਤਨ ਤਾਂ ਇੱਕ ਕੱਪੜਾ ਹੈ, ਦੇਹ ਤਾਂ ਇੱਕ ਕੱਪੜਾ ਹੈ। ਦੇਹ ਦੀ ਕਦਰ ਕਦੋਂ ਹੈ? ਜਦੋਂ ਇਸ ਦੇ ਵਿੱਚ ਜੀਵ ਆਤਮਾ ਹੈ, ਜੋਤ ਹੈ। ਜੋਤ ਤੋਂ ਬਿਨਾਂ ਇਹ ਵਿਅਰਥ ਹੈ। ਉਨਕਾ ਸੰਗ ਤੂੰ ਕਰਤੀ ਕੇਲ, ਉਨਕਾ ਸੰਗ ਹਮ ਤੁਮ ਸੰਗ ਮੇਲ। ਜਿੰਨੀ ਦੇਰ ਇਸ ਸਰੀਰ ਦੇ ਵਿੱਚ ਜੋਤ ਹੈ, ਮਨ ਦਾ ਵਾਸਾ ਹੈ, ਫਿਰ ਇਸ ਸੰਸਾਰ ਦੇ ਵਿੱਚ ਵੀ ਇਹ ਆਨੰਦ ਲੈਂਦੀ ਹੈ, ਇਸ ਦੀ ਪੁੱਛ ਵੀ ਹੈ, ਇਸ ਦਾ ਸਤਿਕਾਰ ਵੀ ਹੈ,
ਉਨਕੈ ਸੰਗ ਹਮ ਤੁਮ ਸੰਗ ਮੇਲ। ਤੇ ਉਸ ਦੇ ਨਾਲ ਹੀ ਫਿਰ ਅਸੀਂ ਇੱਕ ਦੂਜੇ ਨੂੰ ਮਿਲ ਸਕਦੇ ਹਾਂ। ਜੇ ਸਰੀਰ 'ਚ ਜੋਤ ਹੈ, ਇੱਕ ਸਰੀਰ ਦੂਜੇ ਨੂੰ ਮਿਲ ਸਕਦਾ ਹੈ, ਦੂਜੇ ਨਾਲ ਗੱਲਾਂ ਕਰ ਸਕਦਾ ਹੈ। ਜਿਸ ਦੇ ਵਿੱਚ ਜੋਤ ਹੈ, ਮਨ ਹੈ, ਜੀਵਾਤਮਾ ਹੈ ਸਰੀਰ ਦੇ ਵਿੱਚ। ਉਨਕੈ ਸੰਗ ਤੁਮ ਸਭ ਕੋ ਲੋਰੈ। ਜਿੰਨੀ ਦੇਰ ਇਸ ਦੇ ਵਿੱਚ ਜੀਵਾਤਮਾ ਹੈ, ਮਨ ਹੈ, ਜੋਤ ਹੈ ਸਰੀਰ ਦੇ ਵਿੱਚ, ਹਰ ਕੋਈ ਇਸ ਨੂੰ ਲੋਰਦਾ ਹੈ, ਹਰ ਕੋਈ ਇਸ ਨੂੰ ਚਾਹੁੰਦਾ ਹੈ, ਇਸ ਦੇ ਨਾਲ ਗੱਲ ਕਰਦਾ ਹੈ, ਪਿਆਰ ਕਰਦਾ ਹੈ। ਉਸ ਬਿਨਾਂ ਕੋ ਮੁਖ ਨਹੀਂ ਜੋਰੈ। ਜਦ ਇਸ ਦੇ ਵਿੱਚੋਂ ਜੋਤ ਨਿਕਲ ਗਈ, ਜੀਵਾਤਮਾ ਨਿਕਲ ਗਈ, ਸਿਰਫ ਸਰੀਰ ਪਿਆ ਹੈ, ਦੇਹੀ ਪਈ ਹੈ ਇਕੱਲੀ, ਫਿਰ ਕੋਈ ਵੀ ਇਸ ਦੇ ਨਾਲ ਪਿਆਰ ਨਹੀਂ ਪਾਉਂਦਾ, ਇਸ ਨਾਲ ਜੁੜਦਾ ਨਹੀਂ। ਕੀ ਹੋ ਜਾਂਦਾ ਕਿ ਇਸ ਨੂੰ ਕੱਢੋ ਕੱਢੋ ਹੋ ਜਾਂਦੀ ਹੈ, ਚੱਕ ਲਓ ਲੈ ਜਾਓ ਹੋ ਜਾਂਦੀ ਹੈ, ਕਿਉਂਕਿ ਫਿਰ ਇਹ ਵਿਅਰਥ ਹੈ, ਇਸ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ, ਇਸ ਦੀ ਕੋਈ ਕਦਰ ਨਹੀਂ ਰਹਿ ਜਾਂਦੀ। ਉਨਕੈ ਸੰਗ ਤੂੰ ਗ੍ਰਹਿ ਮੈਂ ਮਾਹਰ। ਜਿੰਨੀ ਦੇਰ ਰਿਸ਼ਤੇ ਵਿੱਚ ਜੋਤ ਹੈ, ਜੀਵਾਤਮਾ ਹੈ, ਇਹ ਹਰ ਥਾਂ ਮਾਹਰ ਹੈ। ਘਰ ਵਿੱਚ ਮਾਹਰ ਹੈ, ਇਸ ਤਨ ਦੇ ਵਿੱਚ, ਸੰਸਾਰ ਦੇ ਵਿੱਚ ਮਾਹਰ ਹੈ। ਉਨਕੈ ਸੰਗ ਤੂੰ ਹੋਈ ਹੈ ਜ਼ਾਹਰ। ਤੇ ਉਸਦੇ ਕਰਕੇ ਹੀ ਤੂੰ ਜ਼ਾਹਰ ਹੈ ਸੰਸਾਰ ਦੇ ਵਿੱਚ। ਉਨਕੈ ਸੰਗ ਤੂੰ ਰੱਖੀ ਪਪੋਲ। ਜਿੰਨੀ ਦੇਰ ਜੀਵਾਤ ਮਨ ਹੈ, ਇਸ ਵਿੱਚ ਜੋਤ ਹੈ, ਫਿਰ ਇਸ ਦੀ ਸੰਭਾਲ ਵੀ ਹੁੰਦੀ ਹੈ। ਜੀਵ ਇਸ ਨੂੰ ਸੰਭਾਲਦਾ ਹੈ, ਭੋਜਨ ਦਿੰਦਾ ਹੈ। ਉਸ ਬਿਨਾਂ ਤੂੰ ਛੁੱਟ ਕੀ ਰੋਲ। ਜਿਸ ਦੇ ਵਿੱਚੋਂ ਮਨ ਜੋਤ ਨਿਕਲ ਜਾਂਦੀ, ਜੀਵਾਤਮਾ ਨਿਕਲ ਜਾਂਦੀ ਹੈ, ਤੇ ਫਿਰ ਇਹ ਮਿੱਟੀ ਹੋ ਜਾਂਦੀ, ਰੁਲ ਜਾਂਦੀ ਹੈ, ਕਿਉਂਕਿ ਇਸ ਦਾ ਸਾਰਾ ਸਾਥ ਛੱਡ ਦਿੰਦੇ ਨੇ। ਉਨਕੈ ਸੰਗ ਤੇਰਾ ਮਾਨ ਮਹਿਤ। ਇਹ ਦਿਓਰੀ, ਇਹ ਸਰੀਰ, ਕਾਇਆ, ਜਿੰਨੀ ਦੇਰ ਤੇਰੇ ਅੰਦਰ ਜੋਤ ਹੈ, ਮਨ ਹੈ, ਉਨੀ ਦੇਰ ਤੈਨੂੰ ਇੱਥੇ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਉਨਕੈ ਸੰਗ ਤੁਮ ਸਾਖ ਜਗਤ। ਜਿੰਨੀ ਦੇਰ ਇਸ ਸਰੀਰ ਦੇ ਵਿੱਚ ਜੋਤ ਹੈ, ਇੱਥੇ ਸਾਡੇ ਰਿਸ਼ਤੇ ਨੇ ਸੰਸਾਰ ਦੇ ਵਿੱਚ, ਇੱਕ ਦੂਜੇ ਦੇ ਨਾਲ ਰਿਸ਼ਤੇ ਨੇ ਸਾਡੇ, ਇੱਕ ਦੂਜੇ ਦੇ ਨਾਲ ਪਿਆਰ ਹੈ। ਪਰ ਕਿੰਨੀ ਦੇਰ, ਜਿੰਨੀ ਦੇਰ ਇਸ ਦੇ ਵਿੱਚ ਸਰੀਰ ਦੇ ਵਿੱਚ ਜੋਤ ਹੈ। ਉਨਕੈ ਸੰਗ ਤੇਰੀ ਸਭ ਬਿਦ ਥਾਟੀ। ਜਿੰਨੀ ਦੇਰ ਜੋਤ ਹੈ, ਫਿਰ ਸਾਰਾ ਕੁਛ ਇਹ ਕਰ ਸਕਦਾ ਹੈ, ਸਾਰੀ ਬਿਦ ਕਰ ਸਕਦਾ ਹੈ, ਕੁਛ ਵੀ ਕਰ ਸਕਦਾ ਹੈ। ਉਸ ਬਿਨਾਂ ਤੂੰ ਹੋਈ ਹੈ ਮਾਟੀ। ਲੇਕਿਨ ਜਦੋਂ ਇਸ ਸਰੀਰ ਦੇ ਵਿੱਚੋਂ ਜੋਤ ਨਿਕਲ ਜਾਂਦੀ ਹੈ, ਮਨ ਨਿਕਲ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ। ਜੋਤ ਦੇ ਨਾਲ ਹੀ ਤਨ ਦੀ ਕਦਰ ਹੈ। ਉਹ ਬੈਰਾਗੀ ਮਰੇ ਨਾ ਜਾਏ। ਹੁਣ ਜਿਹੜਾ ਮਨ ਹੈ, ਜੋਤ ਹੈ, ਉਹ ਬੈਰਾਗੀ ਹੈ, ਉਹ ਮਰਦਾ ਜੰਮਦਾ ਨਹੀਂ ਹੈ। ਉਸਨੂੰ ਤਾਂ ਜੇ ਤਾਂ ਸਮਾ ਜਾਂਦਾ ਹੈ ਪ੍ਰਭੂ ਦੇ ਵਿੱਚ, ਜੋਤ ਜੋਤ 'ਚ ਮਿਲ ਜਾਂਦੀ ਹੈ, ਮੁਕਤ ਹੋ ਜਾਂਦਾ ਹੈ। ਨਹੀਂ ਤਾਂ ਉਸ ਨੂੰ ਪਕੜ ਕੇ ਦੂਜੀ ਜੂਨ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਜੋਤ ਹੋਈ ਹੈ, ਉਸ ਨੂੰ ਦੂਜੀ ਜੂਨ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਘਰਾਂ ਦੇ ਵਿੱਚ ਆਪਣੇ ਲਾਈਟ ਹੈ, ਬਿਜਲੀ ਹੈ, ਆਪਾਂ ਕਦੇ ਕਿਸੇ ਪਲੱਗ ਦੇ ਉੱਤੇ ਕੂਲਰ ਲਾ ਦਿੰਦੇ ਹਾਂ, ਪੱਖਾ ਲਗਾ ਦਿੰਦੇ ਹਾਂ, ਪ੍ਰੈਸ ਲਗਾ ਲੈਂਦੇ ਹਾਂ। ਇੱਦਾਂ ਹੀ ਕੁਛ ਵੀ ਆਪਾਂ ਜਿਹੋ ਜਿਹੀ ਬਸ ਲਾ ਲੈਂਦੇ ਹਾਂ ਚੀਜ਼, ਉਹੋ ਜਿਹਾ ਉਸ ਦੇ ਉੱਤੇ ਲੋੜ ਪੈਂਦਾ ਹੈ। ਇੱਦਾਂ ਹੀ ਸਾਡੀ ਜਿਹੜੀ ਜੋਤ ਹੈ, ਕਦੇ ਉਸ ਨੂੰ ਮਨੁੱਖਾ ਦੇਹੀ, ਜਦੋਂ ਮਨੁੱਖਾ ਦੇਹੀ ਤੋਂ ਬਾਅਦ ਫਿਰ ਜਿਹੋ ਜਿਹਾ ਉਸਨੇ ਸਵਾਸ ਕਰਚੇ, ਉਹੀ ਜਿਹੀ ਉਸ ਨੂੰ ਸਰੀਰ ਮਿਲ ਜਾਣਾ ਹੈ, ਦੇਹੀ ਮਿਲ ਜਾਣੀ ਹੈ। ਸੂਖਸ਼ਮ ਤੇ ਸੂਖਸ਼ਮ ਦੇਹੀ ਹੈ, ਸੂਖਮ ਤੇ ਸੂਖਮ।
ਸੂਖਮ ਜਿਹਨੂੰ ਆਪਾਂ ਸੂਖਮ ਜੂਨੀਆਂ ਕਹਿ ਦਿੰਦੇ ਹਾਂ, ਸੂਖਮ ਜੀ ਕਹਿ ਦਿੰਦੇ ਹਾਂ। ਅਤੇ ਇੱਦਾਂ ਫਿਰ ਕਿਉਂਕਿ ਉਹ ਨਹੀਂ ਮਰਦਾ ਜੰਮਦਾ, ਮਰਦਾ ਸਰੀਰ ਹੈ, ਜੰਮਦਾ ਸਰੀਰ ਹੈ। ਹੁਕਮੇ ਬਾਦਾ ਕਾਰ ਕਮਾਏ, ਜਿਹੜਾ ਵੈਰਾਗੀ ਹੈ, ਜਿਹੜਾ ਸਮਾ ਜਾਂਦਾ ਪ੍ਰਭੂ ਦੇ ਵਿੱਚ ਮਨ ਹੈ, ਉਹਦੇ ਹੁਕਮ ਦੇ ਵਿੱਚ ਹੈ, ਕਾਰ ਕਮਾਉਂਦਾ ਹੈ। ਜੋੜ ਵਿਛੋੜੇ ਨਾਨਕ ਥਾਪ। ਹੁਣ ਜੋੜਦਾ ਅਤੇ ਵਿਛੋੜਦਾ, ਪ੍ਰਭੂ ਜਿਹੜੇ ਵੈਰਾਗੀ ਨੇ, ਜਿਹੜੇ ਵੈਰਾਗ ਕਰਦੇ ਨੇ ਪ੍ਰਭੂ ਦਾ, ਜਿਹੜੇ ਉਸ ਨੂੰ ਮਿਲਣਾ ਚਾਹੁੰਦੇ ਨੇ, ਉਹਨਾਂ ਨੂੰ ਪ੍ਰਭੂ ਆਪ ਮਿਲਾ ਲੈਂਦਾ ਹੈ, ਉਹਦੇ ਹੁਕਮ ਦੇ ਵਿੱਚ ਆ ਜਾਂਦੇ ਨੇ। ਅਤੇ ਫਿਰ ਉਹਨਾਂ ਨੂੰ ਜੋ ਵਿਛੜਿਆਂ ਨੂੰ ਫਿਰ ਜੋੜਨ ਦੀ ਡਿਊਟੀ ਲਗਾ ਦਿੰਦਾ ਹੈ, ਕਿਉਂਕਿ ਉਹਨਾਂ ਦੁਆਰਾ ਜੋੜਨ ਵਾਲਾ ਆਪ ਹੈ। ਆਪਣੀ ਕੁਦਰਤ ਜਾਣੈ ਆਪ, ਇਹ ਉਸ ਦੀ ਕੁਦਰਤ ਹੈ, ਆਪ ਹੀ ਜਾਣਦਾ ਹੈ, ਆਪ ਹੀ ਵਿਛੋੜਨ ਵਾਲਾ ਵੀ ਹੈ। ਅਤੇ ਜਿਹੜੇ ਜਿਨ੍ਹਾਂ ਨੂੰ ਆਪਣੀ ਸਮਾ ਲੈਂਦਾ ਹੈ, ਉਹਨਾਂ ਦੁਆਰਾ ਫਿਰ ਜੋੜਦਾ ਵੀ ਆਪ ਹੈ। ਇਸ ਕਰਕੇ ਆਪਾਂ ਦੇਖਦੇ ਹਾਂ ਜਦੋਂ ਫਿਰ ਪ੍ਰਭੂ ਦੇ ਨਾਲ ਜੋਤ ਪ੍ਰਭੂ 'ਚ ਸਮਾ ਜਾਂਦੀ, ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ, ਅਤੇ ਫਿਰ ਸਾਨੂੰ ਸੰਸਾਰ ਦੇ ਵਿੱਚ ਮਾਣ ਵੀ ਪ੍ਰਾਪਤ ਹੁੰਦਾ ਹੈ। ਜਦ ਤੱਕ ਜੋਤ ਦਾ ਗਿਆਨ ਨਹੀਂ ਅਤੇ ਅਸੀਂ ਸੰਸਾਰ 'ਚ ਵੀ ਦੁਖੀ ਹਾਂ। ਜਿਸ ਦਿਨ ਜੋਤ ਨਿਕਲ ਗਈ, ਤਨ ਨੂੰ ਵੀ ਕੋਈ ਨਹੀਂ ਪੁੱਛਦਾ। ਮਾਣ ਵੀ ਤਾਂ ਹੀ ਹੈ ਜੇ ਜੋਤ ਹੈ, ਅਤੇ ਜੋਤ ਫਿਰ ਪ੍ਰਭੂ 'ਚ ਸਮਾਈ ਹੈ। ਫਿਰ ਉੱਥੇ ਅਸੀਂ ਮਾਹਰ ਹਾਂ ਸੰਸਾਰ ਦੇ ਵਿੱਚ। ਫਿਰ ਸਾਨੂੰ ਉਹ ਸੱਚਾ ਗਿਆਨ ਪ੍ਰਾਪਤ ਹੋ ਜਾਂਦਾ ਹੈ। ਫਿਰ ਸਰੀਰ ਨੂੰ ਵੀ ਮਾਣ ਮਿਲਦਾ, ਕਿਉਂਕਿ ਸਰੀਰ ਵੀ ਪ੍ਰਵਾਨ ਹੋ ਜਾਂਦਾ ਹੈ ਜਦੋਂ ਪ੍ਰਭੂ ਦੇ ਨਾਲ ਚਿੱਤ ਜੁੜ ਜਾਂਦਾ ਹੈ। ਕਹੈ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਆਓ ਅਭਿਆਸ ਕਰਦੇ ਹਾਂ, ਕਿਉਂਕਿ ਜੇ ਆਪਾਂ ਅਗਲਾ ਸ਼ਬਦ ਸ਼ੁਰੂ ਕਰ ਲਿਆ ਫਿਰ ਜ਼ਿਆਦਾ ਸਮਾਂ ਲੱਗ ਜਾਏਗਾ। ਥੋੜ੍ਹੀ ਰੁਕਾਵਟ ਪੈ ਗਈ ਆਪਾਂ ਨੂੰ ਪਹਿਲਾਂ। ਆਓ ਜੁੜੀਏ ਕਿਵੇਂ ਆਪਾਂ ਧਿਆਉਣਾ ਹੈ ਤਾਂ ਕਿ ਮਨ ਪਰਮੇਸ਼ਰ ਸਮਾ ਜਾਵੇ ਅਤੇ ਤਨ ਵੀ ਸੁਖ ਮਾਣੇ, ਤਨ ਵੀ ਪ੍ਰਵਾਨ ਹੋ ਜਾਵੇ, ਮਨ ਵੀ ਪ੍ਰਭੂ ਦੇ ਵਿੱਚ ਸਮਾ ਜਾਵੇ, ਅਤੇ ਸਾਨੂੰ ਚਲਾਉਣ ਵਾਲਾ ਮਾਲਕ ਆਪ ਹੋ ਜਾਵੇ। ਅਸੀਂ ਉਹਦੇ ਹੁਕਮ ਦੇ ਵਿੱਚ ਆ ਜਾਈਏ, ਕੁੱਕਰ ਬਣ ਜਾਈਏ। ਜਿਵੇਂ ਕੋਈ ਜੀਵ ਆਪਣੇ ਘਰ 'ਚ ਕੁੱਤਾ ਬੰਨ੍ਹ ਲੈਂਦਾ ਹੈ, ਰੱਖ ਲੈਂਦਾ ਹੈ, ਪਟਾ ਗਲ 'ਚ ਪਾ ਲੈਂਦਾ ਹੈ, ਜਿਵੇਂ ਚਲਾਉਂਦਾ ਉਵੇਂ ਚੱਲਦਾ ਹੈ। ਜੋ ਕੁਛ ਜਿੱਧਰ ਲੈ ਕੇ ਜਾਂਦਾ, ਜਿੱਥੇ ਬੰਨ੍ਹ ਦਿੰਦਾ ਉੱਥੇ ਬੈਠ ਜਾਂਦਾ ਹੈ, ਖਾਣ ਨੂੰ ਮਿਲ ਜਾਂਦਾ ਖਾ ਲੈਂਦਾ ਹੈ, ਬਾਹਰ ਘੁਮਾਉਂਦਾ ਹੈ ਉੱਧਰ ਚਲੇ ਜਾਂਦਾ ਹੈ। ਇੱਦਾਂ ਹੀ ਜਦੋਂ ਅਸੀਂ ਪ੍ਰਭੂ ਦੇ ਹੋ ਜਾਂਦੇ ਹਾਂ, ਫਿਰ ਪ੍ਰਭੂ ਸਾਨੂੰ ਚਲਾਉਣ ਵਾਲਾ ਹੈ। ਸੋ ਕਿਵੇਂ ਆਪਾਂ ਉਸ ਦੇ ਹੋਣਾ ਹੈ, ਕਿਵੇਂ ਉਸ ਦੇ ਵਿੱਚ ਸਮਾਉਣਾ ਹੈ। ਮਨ ਜਿਹੜਾ ਹੈ ਉਹ ਆਪਾਂ ਵਿਚਾਰਦੇ ਹਾਂ, ਗੁਰਬਾਣੀ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਇਹ ਜੋਤ ਹੈ। ਜੋਤ ਕਿੱਥੇ ਹੈ? ਨੇਤਰਾਂ ਦੇ ਵਿੱਚ ਹੈ। ਇਹ ਨੇਤਰੋ ਮੇਰੇ ਹਰ ਤੂੰ ਮੈਂ ਜੋਤ ਧਰੀ। ਨੇਤਰ ਦੋ ਨੇ, ਇਸ ਕਰਕੇ ਜੋਤਾਂ ਦੋ ਨੇ। ਜਦ ਤੱਕ ਆਪਾਂ ਇੱਕ ਜੋਤ ਨਹੀਂ ਹੁੰਦੇ ਤੇ ਸਾਡੀ ਭਗਤੀ ਸ਼ੁਰੂ ਨਹੀਂ ਹੁੰਦੀ, ਸਾਨੂੰ ਆਪੇ ਦਾ ਗਿਆਨ ਨਹੀਂ ਹੋਣਾ ਅਤੇ ਸਾਨੂੰ ਪਰਮੇਸ਼ਰ ਦੀ ਪਹਿਚਾਣ ਨਹੀਂ ਹੋਣੀ। ਕਿਉਂਕਿ ਜਦ ਤੱਕ ਆਪਣੀ ਜੋਤ ਦੀ ਪਹਿਚਾਣ ਨਹੀਂ ਹੁੰਦੀ ਅਤੇ ਆਪਾਂ ਪ੍ਰਭੂ ਨੂੰ ਪਹਿਚਾਣ ਨਹੀਂ ਸਕਦੇ। ਹਾਲਾਂਕਿ ਪਰਮੇਸ਼ਰ ਸਰਬ ਵਿਆਪਕ ਹੈ, ਹਰ ਥਾਂ ਹੈ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਨਹੀਂ ਹੈ। ਸੋ ਉਸ ਦੇ ਵਾਸਤੇ ਆਪਾਂ ਕੀ ਕਰਨਾ ਹੈ? ਆਪਾਂ ਸਹਿਜ ਗੁਫਾ ਦੇ ਵਿੱਚ ਜਾਣਾ ਹੈ। ਉਸ ਗੁਫਾ ਦੇ ਵਿੱਚ ਜਿੱਥੇ ਬੈਠਾ ਪ੍ਰਭੂ ਸਾਨੂੰ ਪਾਲ ਰਿਹਾ ਹੈ।
अनहद है जिहड़ा, जिवें महाराज समझाउंदे ने, अनहद वाजै सहज सहेला, सदा आनंद करे सद केला। सहज गुफा में ताड़ी लाई, आसन ऊच सवारिया जियो। सहज गुफा जिथों श्वास दे के जिंदा रखता, हर जियो गुफा अंदर रख के बाजा पौन बजाया। नौ द्वारे प्रगट किए, दसवां गुप्त रखाया। किवें जाना सहज गुफा दे? दोनों नेत्रां नूं इस पॉइंट ते, क्योंकि इत्थों अपना 10वां द्वार शुरू होना है। इधर नूं चले जावांगे, बाहर चले जावांगे, इत्थे नूं जावांगे, गुफा च चले जावांगे अंदर निभ के। गुफावां दे बड़े छोटे छोटे रस्ते हुंदे सी, जिन्हां च वड़दे सी जीव, चुक के वड़दे सी, चुक के जाना पैंदा सी। इदां इत्थे इसे नूं गुफा कहा, सहज गुफा। मन ने पहला चुकना है, इस पॉइंट ते आउणा है, इत्थों प्रवेश करना है। आओ इत्थे आपे दी आपां पहला पहचान करनी, जेकर कोई नवां जीव है की पहचान करनी है कि साडी जोत है जिहड़ी किस अवस्था च है, साडे मन की अवस्था की है। असीं एक दृष्ट हाँ कि दो दृष्ट हाँ? जे दो दृष्ट हाँ तो असीं किस पासे साडा ध्यान ज़्यादा है, सज्जे है, खब्बे है जां विचाले है? जदों दोनों नेत्रां नूं इस पॉइंट ते आपां सम करके देखदे हाँ, जेकर इत्थे सानूं अपना नक नज़र आउंदा है, फिर असीं दो दृष्टि दे विच हाँ। दो मन, दो दृष्टि है। जेकर नक नज़र नहीं आउंदा, फिर एक दृष्ट हाँ। जिद्दां नज़र आउंदा है, फिर आपां देखना किस पासे तो आउंदा है, सज्जे आउंदा है, खब्बे आउंदा जां दोनों पासे तो विचाले आउंदा है। क्योंकि इधर तमोगुण, इधर रजोगुण, विचाले सतोगुण। इन्हां देखना है, अपनी पहचान करनी है। उस तो बाद मैं आप जी नूं आवाज़ देवांगा, देख लो मेरे वल किवें करना है। जो कोई नवां जीव है, पहला इस पॉइंट ते ध्यान टिकाउणा है। इदां ये देखना कि नक दिसदा जां नहीं दिसदा। जे नहीं दिसदा, आपां एक दृष्ट हाँ। जे दिसदा है, फिर ये देखना भी किस पासे तो दिसदा है, सज्जे खब्बे जां विचाले दोनों पासे तो। इन्ना देख के फिर मैं आप जी नूं आवाज़ देवांगा कि ध्यान सामने लैके आओ, फिर आपां सामने देखना है। फिर आवाज़ देवांगा कि ध्यान मस्तक दे सामने लै जाओ, पलकों ते चुक। फिर जदों कहांगा सामने, फिर सामने देखना है। फिर जदों कहांगा सम करके देखो, फिर इस पॉइंट ते देखना है। जिहड़े रोज़ ते आउंदे ने, उन्हां अपने प्रकाश रूप नूं देखना है। जेकर कोई नवां जीव है, उसने पहचान करके फिर विश्वास दे नाल ध्यान लगाउणा है। फिर वापस आके देखना है, जे पहला दिसदा सी कि हुण दिसणों हट गया। क्योंकि जदों नक दिसणों हट गया सी, एक दृष्ट हो गए। सो आओ नेत्र सम करके देखिए अपने आप नूं। और सामने लेके आइए ध्यान, सामने देखिए। मस्तक दे सामने लै जाओ, पलका उत्ते चुक दो।
फिर सामने लेके आओ। फिर सम करके देखिए अपने आप ਨੂੰ। नीचे ले जाओ हुण ध्यान, बिल्कुल रिलैक्स। नीचे जिथे आप बैठे हाँ, अगे जो थले कपड़ा विछिया है ਜਾਂ फर्श है, जिथे भी आप बैठे हाँ, उस कपड़े तो फर्श तो थोड़ा उपर देखने की कोशिश करांगे। रिलैक्स, जोर नहीं लगाना, बिल्कुल ध्यान ढिला छड्ड के देखना है। इत्थे सानू प्रकाश अनुभव होना शुरू होएगा। जिमें जल दीयां लहरां हुंदियां ने, इदां प्रकाश की हलचल अनुभव होएगी। नवे जीव ने ਜਿਹੜੇ ਕਮਾਉਂਦੇ ਨੇ ਪਹਿਲਾਂ, ਉਹਨਾਂ ਨੂੰ ਸਥਿਰ ਹੋ ਜਾਂਦਾ ਹੈ। ਉਹਨਾਂ ਨੂੰ ਇੱਕ ਸ਼ੀਸ਼ੇ ਦੀ ਤਰ੍ਹਾਂ ਜਾਂ ਝਿਲਮਿਲ ਦਿਸਣਾ ਸ਼ੁਰੂ ਹੋ ਜਾਂਦਾ ਹੈ। सम करके देखिए अपने आप ਨੂੰ फिर। फिर नीचे लाए जो ध्यान,
फिर सम करके अपने आप ਨੂੰ देखिए। फिर नीचे ले जाइए ध्यान। सामने लेके आइए ध्यान, सामने देखिए। मस्तक दे सामने लै जाओ ध्यान, पलका उत्ते चुक दो।
फिर सामने लेके आइए ध्यान। नीचे लेके आओ जी ध्यान। सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਧਿਆਉਣਾ ਹੈ, ਗੁਫਾ 'ਚ ਜਾਣਾ ਹੈ। ਸਹਿਜ ਗੁਫਾ ਦੇ ਵਿੱਚ ਨੇਤਰ ਸਮ ਕਰਨੇ ਨੇ। ਕੀ ਹੋਏਗਾ ਕਿ ਨੇਤਰ ਇਹ 'ਚ ਸਮਾ ਜਾਏਗਾ, ਸਾਡਾ ਧਿਆਨ ਇਸ ਪਾਸੇ ਆ ਜਾਏਗਾ। ਇਸ ਪਾਸੇ ਸਾਨੂੰ ਪ੍ਰਕਾਸ਼ ਦਿਸਣਾ ਸ਼ੁਰੂ ਹੋ ਜਾਏਗਾ। ਨੱਕ ਸ਼ੀਸ਼ੇ ਦੀ ਤਰ੍ਹਾਂ ਲਿਸ਼ਕਣਾ ਸ਼ੁਰੂ ਹੋ ਜਾਏਗਾ। ਨੱਕ ਦੇ ਆਰ ਪਾਰ ਸਾਨੂੰ ਇਹ ਦੱਸੇਗਾ ਕਿ ਸਾਡਾ ਨੱਕ ਜਿਹੜਾ ਹੈ ਸ਼ੀਸ਼ੇ ਦਾ ਹੈ, ਚਮ ਨਹੀਂ ਹੈ, ਸ਼ੀਸ਼ਾ ਹੈ। ਇਸ ਸ਼ੀਸ਼ੇ ਨੂੰ ਦੇਖ ਕੇ, ਇਸ ਨੂੰ ਪਹਿਚਾਣ ਕੇ ਅੱਗੇ ਦੇਖਾਂਗੇ, ਸਾਨੂੰ ਸਾਰੇ ਪਾਸੇ ਹੀ ਸ਼ੀਸ਼ੇ ਦੀ ਤਰ੍ਹਾਂ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਸਾਨੂੰ ਇੱਦਾਂ ਲੱਗੇ ਕਿ ਅਸੀਂ ਸ਼ੀਸ਼ ਮਹਿਲ ਦੇ ਵਿੱਚ ਬੈਠੇ ਹਾਂ। ਸਾਰੇ ਪਾਸੇ ਸ਼ੀਸ਼ ਮਹਿਲ ਹੀ ਨਜ਼ਰ ਆਉਣਾ ਸ਼ੁਰੂ ਹੋ ਜਾਏਗਾ। ਸਾਰਾ ਸੰਸਾਰ ਉਸੇ ਦੇ ਵਿੱਚ ਹੀ ਚੱਲਦਾ ਨਜ਼ਰ ਆਏਗਾ। ਸੋ ਇੱਦਾਂ ਆਪਾਂ ਅਭਿਆਸ ਕਰਨਾ ਹੈ। ਇੱਥੇ ਫਿਰ ਨੀਚੇ, ਫਿਰ ਇੱਥੇ, ਫਿਰ ਨੀਚੇ ਸਮ ਕਰਨਾ, ਫਿਰ ਨੀਚੇ ਲੈ ਜਾਣਾ ਹੈ ਰਿਲੈਕਸ ਹੋ ਕੇ ਅਤੇ ਵਿਸ਼ਵਾਸ ਦੇ ਨਾਲ। ਸੋ ਪਿਆਰੋ, ਇੰਨੀ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।